ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਬਸਤਾਂ ਕੈ, ਜਾ ਕਾ ਸਤਿਗੁਰ ਪੂਰਾ। ਧੰਨ ਵਾਹਿਗੁਰੂ ਸਾਹਿਬ ਜੀ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਬਾਹਰ ਭੇਖ ਅੰਤਰ ਮਲ ਮਾਇਆ, ਛਪਛ ਨਾਹੇ ਕਛ ਕਰੈ ਛਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸੁਆਨ। ਅੰਤਰ ਅਗਨ ਬਾਹਰ ਤਨ ਸਵਾ, ਗਲ ਪਾਥਰ ਕੈਸੇ ਤਰੈ ਅਥਾ। ਜਾ ਕੇ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ। ਸੁਨ ਅੰਧਾ ਕੈਸੇ ਮਾਰਗ ਪਾਵੈ, ਕਾਰ ਗਹਿ ਲਿਹੁ ਓੜ ਨਿਭਾਵੈ। ਕਹਾਂ ਬੁਝਾਰਤ ਬੂਝੈ ਡੋਰਾ, ਨਿਸ ਕਹੀਐ ਤੋ ਸਮਝੈ ਭੋਰਾ। ਕਹਾਂ ਬਿਸਨ ਪਦ ਗਾਵੈ ਗੁੰਗ, ਯਤਨ ਕਰੈ ਤਉ ਭੀ ਸੁਰਭੰਗ। ਕਹੈ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਉਹਾਂ ਉਸ ਗਵਨ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬਹਿਰਾਈ ਤਾਂ ਸਿਉ ਪ੍ਰੀਤ। ਬਲੂਆ ਕੇ ਘਰੇ ਭੀਤਰ ਵਸੈ, ਆਨੰਦ ਕੇਲ ਮਾਇਆ ਰੰਗ ਰਸੈ। ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧਰੋ। ਇਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਨ ਕਰ ਕਰਮ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਕੋਏ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੈ ਸੂਤਰਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ।
परम सन्मानयोग जुगो जुग अटल चबर तख्त दे मालक साहिब सतगुरु धन धन श्री गुरु ग्रंथ साहिब जी महाराज तिन्हां दी हजूरी अंदर जुड़ मिल बैठे अत सत्कारयोग सन्मानयोग सतसंगी जनों, आओ लड़ीवार कथा विचार दे नाल जुड़ीए, लड़ीवार इतिहासिक विचार दे नाल जुड़ीए। गुरबाणी दी लड़ीवार चल रही कथा विचार गौड़ी सुखमणी महला पंजवा, गुरु ग्रंथ साहिब दा पावन पवित्र अंक 268। आओ गुरमुखो, विचारां दी आरंभता करन तो पहला जिन्नी भी संगत गुरु के दरबार अंदर सज के जुड़ के बैठी है, सारी संगत इकाग्रता बनाओ। दोवें हथ जोड़ के बुलंद आवाज विच आखो जी वाहिगुरु जी का खालसा वाहिगुरु जी की फतेह। कल दे दीवाना अंदर इस अष्टपदी दियां ਆਪਾਂ ਵਿਚਾਰਾਂ ਸ਼ੁਰੂ ਕੀਤੀਆਂ ਸੀ। ਪਹਿਲੇ ਜਿਹੜੇ ਇਹਦੇ ਇਸ ਅਸ਼ਟਪਦੀ ਦੇ 4 ਬੰਦ ਨੇ, ਸ਼ਲੋਕ ਦੀ ਵਿਚਾਰ ਕੀਤੀ ਸੀ। ਆਓ ਗੁਰਮੁਖੋ ਅੱਗੇ ਇਹਨਾਂ ਬੰਦਾਂ ਦੀ ਵਿਚਾਰ ਸ਼ੁਰੂ ਕਰੀਏ। ਸਤਿਗੁਰੂ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਬੜੀ ਕੀਮਤੀ ਤੇ ਬੜੀ ਪਿਆਰੀ ਵਿਚਾਰ ਸਾਨੂੰ ਸਮਝਾ ਰਹੇ ਨੇ। 4 ਨੰਬਰ ਅਸ਼ਟਪਦੀ ਦੀ ਵਿਚਾਰ ਚੱਲ ਰਹੀ ਹੈ ਜੀ, ਲੜੀਵਾਰ। ਸਤਿਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕਹਿ ਰਹੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਸਤਿਗੁਰੂ ਮਹਾਰਾਜ ਨੇ ਇੱਥੇ ਸ਼ਬਦ ਵਰਤਿਆ ਜੀ ਕਰਤੂਤ, ਜਿਹਨੂੰ ਆਪਾਂ ਕੰਮ ਕਹਿ ਦਿੰਦੇ ਹਾਂ, ਵਿਹਾਰ ਕਹਿ ਦਿੰਦੇ ਹਾਂ, ਜੀਵਨ ਕਹਿ ਦਿੰਦੇ ਹਾਂ। ਅਕਸਰ ਇਹ ਸ਼ਬਦ ਸਮਾਜ ਅੰਦਰ ਬੋਲੇ ਜਾਂਦੇ ਨੇ, ਤੇਰੀ ਕਰਤੂਤ ਚੰਗੀ ਹੈ। ਹੁਣ ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸ਼ਬਦ ਵਰਤਿਆ, ਬਾਣੀ ਦੇ ਅੰਦਰ ਆਖਿਆ ਕਰਤੂਤ ਪਸ਼ੂ ਕੀ। ਮਨੁੱਖ ਦੀ ਜਿਹੜੀ ਕਰਤੂਤ ਆ ਨਾ ਪਸ਼ੂਆਂ ਵਾਲੀ ਹੋ ਗਈ ਹੈ। ਮਨੁੱਖ ਦੇ ਜਿਹੜੇ ਕੰਮ ਨੇ, ਕਿਰਦਾਰ ਹੈ, ਆਚਰਣ ਹੈ, ਵਰਤੋਂ ਵਿਹਾਰ ਕਿਹਨਾਂ ਵਾਲਾ ਹੋ ਗਿਆ ਜੀ? ਪਸ਼ੂਆਂ ਵਾਲਾ ਹੋ ਗਿਆ। ਸਰੀਰ ਕਿਹੜਾ ਇਹਦਾ? ਮਾਨਸਾਂ ਵਾਲਾ, ਮਨੁੱਖਾਂ ਵਾਲਾ। ਮਾਨਸ ਜਾਤ, ਮੈਂ ਪਹਿਲਾਂ ਵੀ ਕਿਤੇ ਗੱਲ ਕੀਤੀ ਵੀ ਸਾਡੀ ਸਾਰਿਆਂ ਦੀ ਜਾਤ ਪਤਾ ਕੀ ਹੈ? ਮਨੁੱਖਾਂ ਵਾਲੀ, ਮਾਨਸ ਜਾਤ ਕਹਿ ਸਕਦੇ ਹਾਂ ਆਪਾਂ। ਆ ਜਿਹੜਾ ਸਮਾਜ ਵਰਨ ਵੰਡ ਦੇ ਅੰਦਰ ਜਾਤਾਂ ਪਾਤਾਂ ਵਿੱਚ ਵੰਡਿਆ ਗਿਆ, ਗੁਰਬਾਣੀ ਨੇ ਇਹ ਚੀਜ਼ਾਂ ਨੂੰ ਮੁੱਢੋਂ ਰੱਦ ਕੀਤਾ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਲੋਕ ਪਚਾਰਾਂ ਦਾ ਅਰਥ ਹੁੰਦਾ ਜੀ ਵਿਖਾਵਾ। ਮਹਾਰਾਜ ਕਹਿੰਦੇ ਲੋਕ ਪਚਾਰਾ ਬਹੁਤ ਕਰਦਾ ਹੈ, ਵਿਖਾਵਾ ਬਹੁਤ ਕਰਦਾ ਹੈ। ਕਰਤੂਤ ਨਹੀਂ ਚੰਗੀ ਬਣਾਈ, ਜੀਵਨ ਨਹੀਂ ਚੰਗਾ ਬਣਾਇਆ, ਉੱਪਰੋਂ ਉੱਪਰੋਂ ਵਿਖਾਵਾ ਬਹੁਤ ਕਰ ਲਿਆ। ਮੈਂ ਧਰਮੀ ਆ, ਮੇਰੇ ਵਰਗਾ ਕੋਈ ਧਰਮੀ ਪੁਰਸ਼ ਨਹੀਂ ਆ, ਮੇਰੇ ਵਰਗਾ ਕੋਈ ਜਪੀ ਤਪੀ ਗਿਆਨੀ ਨਹੀਂ ਆ। ਇਹ ਵਿਖਾਵਾ ਹੋ ਗਿਆ। ਲੋਕ ਪਚਾਰਾਂ ਕਰੈ ਦਿਨ ਰਾਤ, ਦਿਨ ਰਾਤ ਦੇ ਅੰਦਰ, ਦਿਨ ਰਾਤ ਲੋਕ ਪਚਾਰਾਂ ਅੰਦਰ ਲੱਗਿਆ ਰਹਿੰਦਾ, ਵਿਖਾਵੇ ਅੰਦਰ ਲੱਗਿਆ ਰਹਿੰਦਾ। ਅੱਗੇ ਮਹਾਰਾਜ ਕਹਿੰਦੇ ਬਾਹਰ ਭੇਖ ਅੰਤਰ ਮਲ ਮਾਇਆ। ਬਾਹਰੋਂ ਤਾਂ ਧਰਮੀਆਂ ਵਾਲਾ ਪਹਿਰਾਵਾ ਪਾ ਲਿਆ, ਭੇਖ ਪਾ ਲਿਆ, ਪਰ ਅੰਦਰ ਮਾਇਆ ਛੁਪੀ ਬੈਠੀ ਹੈ, ਅੰਦਰ ਵਿਕਾਰ ਛੁਪੇ ਬੈਠੇ ਨੇ। ਅੰਦਰ ਦਾ ਆਚਰਣ, ਵਰਤੋਂ ਵਿਹਾਰ, ਕਿਰਦਾਰ ਨਹੀਂ ਵਧੀਆ ਬਣਿਆ, ਭੇਖ ਵਧੀਆ ਬਣਾ ਲਿਆ। ਭੇਖ ਤਾਂ ਬਹੁਤ ਚੰਗਾ ਬਣਾ ਲਿਆ, ਸੁੰਦਰ ਬਣਾ ਲਿਆ, ਪਰ ਅੰਦਰ ਮੈਲ ਹਾਲੇ ਵੀ ਨਹੀਂ ਉਤਰੀ। ਸਤਿਗੁਰੂ ਮਹਾਰਾਜ ਨੇ ਭੇਖ ਦੇ ਉੱਤੇ ਬਾਣੀ ਅੰਦਰ ਬਹੁਤ ਵਿਚਾਰਾਂ ਦਿੱਤੀਆਂ ਜੀ। ਸਤਿਗੁਰੂ ਮਹਾਰਾਜ ਨੇ ਜਦੋਂ ਭੇਖ ਦੀ ਗੱਲ ਕੀਤੀ ਨਾ, ਮਹਾਰਾਜ ਨੇ ਕਿਤੇ ਬਗਲੇ ਦੀ ਉਦਾਹਰਨ ਦਿੱਤੀ, ਕਦੇ ਹੰਸ ਦੀ ਉਦਾਹਰਨ ਦਿੱਤੀ। ਜਦੋਂ ਮਹਾਰਾਜ ਨੇ ਭੇਖ ਦੀ ਗੱਲ ਕੀਤੀ, ਰੰਗ ਤਾਂ ਇੱਕੋ ਜਿਹੀ ਹੁੰਦਾ ਨਾ, ਬਗਲੇ ਦਾ ਵੀ ਤੇ ਹੰਸ ਦਾ ਵੀ, ਪਰ ਉਹਨਾਂ ਦੇ ਕਿਰਦਾਰ ਦੇ ਅੰਦਰ, ਵਿਚਾਰ ਦੇ ਅੰਦਰ ਫਰਕ ਹੁੰਦਾ। ਮਹਾਰਾਜ ਕਹਿੰਦੇ ਹੰਸਾ ਹੀਰਾ ਮੋਤੀ ਚੁਗਣਾ, ਬਗ ਡੱਡਾ ਭਾਲਣ ਜਾਈ। ਆਹ ਫਰਕ ਹੈ। ਹੰਸ ਮਾਨ ਸਰੋਵਰ ਤੇ ਬਹਿੰਦਾ, ਬਗਲਾ ਡੱਡੀਆਂ ਮੱਛੀਆਂ ਭਾਲਦਾ।
ਹੰਸ ਕਿਹਨਾਂ ਨੂੰ ਕਿਹਾ? ਗੁਰੂ ਕੇ ਸਿੱਖਾਂ ਨੂੰ ਕਿਹਾ, ਗੁਰਮਤਿ ਵਿਚਾਰ ਲੈਣ ਵਾਲਿਆਂ ਨੂੰ ਕਿਹਾ। ਇੱਥੇ ਹੀ ਮਹਾਰਾਜ ਕਹਿ ਰਹੇ ਨੇ ਇਸ ਪਾਵਨ ਪਵਿੱਤਰ ਬਚਨਾਂ ਦੇ ਅੰਦਰ, ਮਹਾਰਾਜ ਕਹਿੰਦੇ ਭੇਖ ਬਾਹਰ ਭੇਖ, ਬਾਹਰੋਂ ਭੇਖ ਬਣਾ ਲਿਆ, ਪਰ ਅੰਦਰ ਦੀ ਮਾਇਆ ਨਹੀਂ ਹਲੇ ਧੁਪੀ। ਛਪ ਛਨਾਏ ਕਛ ਕਰੈ ਛਪਾਇਆ। ਮਹਾਰਾਜ ਕਹਿੰਦੇ ਭੇਖ ਪਾ ਕੇ ਛਪਾਉਣ ਦਾ ਯਤਨ ਤਾਂ ਕਰਦਾ ਹੈ, ਪਰ ਉਹ ਅੰਦਰ ਜਿਹੜਾ ਹੁੰਦਾ ਨਾ ਉਹ ਇੱਕ ਦਿਨ ਨਿਕਲ ਜਾਂਦਾ ਹੈ, ਉਗੜਿਆ ਆਉਂਦਾ। ਜਿਹੜਾ ਬੰਦੇ ਦੇ ਅੰਦਰ ਹੁੰਦਾ ਨਾ ਉਹ ਨਿਕਲਦਾ ਜ਼ਰੂਰ ਹੈ। ਮਹਾਰਾਜ ਕਹਿੰਦੇ ਭੇਖ ਪਾ ਕੇ ਛਪਾਉਣ ਦੀ ਗੱਲ ਕਰਦਾ ਸੀ, ਪਰ ਜੋ ਅਸਲੀਅਤ ਸੀ, ਸੱਚ ਸੀ, ਸਾਹਮਣੇ ਆ ਗਿਆ। ਬਾਹਰ ਗਿਆਨ ਧਿਆਨ ਇਸ਼ਨਾਨ, ਬਹੁਤ ਲੋਕ ਹੁੰਦੇ ਨੇ ਜੀ ਬਾਹਰੋਂ ਬਾਹਰੋਂ ਗਿਆਨੀ ਬੜੇ ਨੇ, ਧਿਆਨੀ ਬੜੇ ਨੇ, ਇਸ਼ਨਾਨ ਬੜਾ ਕਰਦੇ ਨੇ। ਸਾਡੇ ਵਰਗਾ ਗਿਆਨੀ ਕੋਈ ਨਹੀਂ, ਸਾਡੇ ਵਰਗਾ ਧਿਆਨੀ ਕੋਈ ਨਹੀਂ। ਗੁਰੂ ਅਰਜਨ ਸਾਹਿਬ ਜੀ ਸਮਝਾ ਰਹੇ ਨੇ, ਬਾਹਰ ਗਿਆਨ ਧਿਆਨ ਇਸ਼ਨਾਨ, ਮੂੰਹ ਤੋਂ ਗਿਆਨ ਦੀਆਂ ਗੱਲਾਂ ਬਹੁਤ ਕਰਨਗੇ, ਧਿਆਨ ਲਾ ਕੇ ਬੈਠਣ ਵਾਲੇ। ਸਾਡੇ ਵਰਗਾ ਕੋਈ ਧਿਆਨੀ ਨਹੀਂ ਹੈ, ਸਾਡੇ ਵਰਗਾ ਕੋਈ ਇਸ਼ਨਾਨੀ ਨਹੀਂ ਹੈ। ਮਹਾਰਾਜ ਕਹਿੰਦੇ ਅੰਤਰ ਵਿਆਪੈ ਲੋਭ ਸੁਆਨ, ਉਹਨਾਂ ਦੇ ਅੰਦਰ ਪਤਾ ਕੌਣ ਬੈਠਾ ਹੈ? ਉਹਨਾਂ ਦੇ ਅੰਦਰ ਲਾਲਚ ਵਾਲਾ ਕੁੱਤਾ ਬੈਠਾ ਹੈ। ਲੋਭ ਦਾ ਅਰਥ ਹੁੰਦਾ ਜੀ ਲਾਲਚ, ਸੁਆਨ ਦਾ ਅਰਥ ਹੁੰਦਾ ਕੁੱਕਰ। ਲਾਲਚ ਬਿਰਤੀ ਨਹੀਂ ਤਿਆਗੀ, ਕਰਮ ਕਾਂਡ ਠੱਗੀਆਂ ਬੇਈਮਾਨੀਆਂ ਨਹੀਂ ਤਿਆਗੀਆਂ। ਮਹਾਰਾਜ ਕਹਿੰਦੇ ਬਾਹਰ ਗਿਆਨ ਧਿਆਨ ਇਸ਼ਨਾਨ, ਬਾਹਰੋਂ ਬਾਹਰੋਂ ਗਿਆਨੀ ਬਣ ਗਿਆ, ਧਿਆਨੀ ਬਣ ਗਿਆ, ਮੇਰੇ ਵਰਗਾ ਕੋਈ ਇਸ਼ਨਾਨ ਕਰਨ ਵਾਲਾ ਨਹੀਂ। ਮੈਂ ਇੰਨੀ ਤੀਰਥਾਂ 'ਤੇ ਇਸ਼ਨਾਨ ਕਰ ਲਿਆ, ਇਹੀ ਸਾਡੀ ਦੌੜ ਭੱਜ ਲੱਗੀ ਹੋਈ ਹੈ। ਬਾਣੀ ਪਤਾ ਵਾਰ-ਵਾਰ ਕੀ ਗੱਲ ਕਰਦੀ ਹੈ? ਬਾਣੀ ਬੰਦੇ ਦੇ ਅੰਦਰ ਦੀ ਗੱਲ ਕਰਦੀ ਹੈ। ਅੰਦਰ ਨੂੰ ਚੇਂਜ ਕਰ, ਆਪੇ ਨੂੰ ਜਿਹੋ ਜਿਹਾ ਅੰਦਰੋਂ ਆ ਨਾ ਉਹ ਜਿਹਾ ਬਾਹਰੋਂ ਦਿਸ। ਸਾਡੀ ਜਿਹੜੀ ਸੰਸਾਰ ਦੀ ਦਿਸ਼ਾ ਕਹਿ ਲਈਏ, ਆਪਣੀ ਦਿਸ਼ਾ ਕਹਿ ਲਈਏ, ਸਾਡੀ ਦਿਸ਼ਾ ਇਹ ਬਣ ਗਈ ਵੀ ਅੰਦਰੋਂ ਕੁਝ ਹੋਰ ਬਾਹਰੋਂ ਕੁਝ ਹੋਰ। ਮਹਾਰਾਜ ਅੱਗੇ ਸਮਝਾ ਰਹੇ ਨੇ ਅੰਤਰ ਆਗਨ ਬਾਹਰ ਤਨ ਸੁਆ, ਗਲ ਪਾਥਰ ਕੈਸੇ ਤਰੇ ਅਥਾ। ਅੰਦਰ ਤ੍ਰਿਸ਼ਨਾ ਦੀ ਅੱਗ ਹੈ, ਅੰਦਰ ਦੀ ਅੱਗ ਇਹਨੂੰ ਬਾਹਰੋਂ ਸੁਆਹ ਕਰ ਦਿੰਦੀ ਹੈ। ਪਾਤਸ਼ਾਹ ਜੀ ਕਹਿੰਦੇ ਗਲ ਪਾਥਰ ਕੈਸੇ ਤਰੇ ਅਥਾ। ਸਤਿਗੁਰ ਮਹਾਰਾਜ ਕਹਿੰਦੇ ਗਲ ਦੇ ਵਿੱਚ ਪੱਥਰ ਪਾ ਕੇ ਅਥਾ, ਪਾਤਸ਼ਾਹ ਜੀ ਕਹਿ ਰਹੇ ਨੇ ਇਹ ਮਨੁੱਖ ਕਿਵੇਂ ਤਰੇਗਾ। ਪਾਤਸ਼ਾਹ ਜੀ ਕਹਿ ਰਹੇ ਨੇ ਇਸ ਪਾਵਨ ਪਵਿੱਤਰ ਵਚਨ ਅੰਦਰ, ਜੇ ਗਲ ਵਿੱਚ ਵਿਚਾਰਾਂ ਦੇ ਪੱਥਰ ਹੋਣ, ਅਥਾਹ ਸਮੁੰਦਰ ਨੂੰ ਜੀਵ ਨਹੀਂ ਤਰ ਸਕਦਾ। ਪੱਥਰ ਜੇ, ਕਿਉਂਕਿ ਪੱਥਰ ਤੈਰਦਾ ਨਹੀਂ ਹੁੰਦਾ, ਮਨੁੱਖ ਵੀ ਪੱਥਰ ਵਰਗਾ ਬਣ ਗਿਆ। ਪਾਤਸ਼ਾਹ ਜੀ ਕਹਿ ਰਹੇ ਨੇ ਜਾ ਕੇ ਅੰਤਰ ਵਸਿਆ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ। ਜਿਨ੍ਹਾਂ ਦੇ ਅੰਦਰ ਉਹ ਆਪ ਵਸ ਜਾਂਦਾ ਨਾ ਮਾਲਕ, ਗੁਰੂ ਸਾਹਿਬ ਜੀ ਕਹਿੰਦੇ ਉਹ ਸਹਿਜ ਅੰਦਰ ਸਮਾ ਜਾਂਦੇ ਨੇ, ਉਹ ਜਨ ਬਣ ਜਾਂਦੇ ਨੇ, ਪਿਆਰੇ ਬਣ ਜਾਂਦੇ ਨੇ। ਅਗਲਾ ਜਿਹੜਾ ਬੰਦਾ ਸੁਣ ਅੰਧਾ ਕੈਸੇ ਮਾਰਗ ਪਾਵੈ, ਕਰ ਗਹਿ ਲਿਓ ਓੜ ਨਿਭਾਵੈ। ਸੁਣ ਕੇ ਮਾਰਗ ਦਾ ਅਰਥ ਹੁੰਦਾ ਜੀ ਰਸਤਾ। ਪਾਤਸ਼ਾਹ ਜੀ ਇੱਥੇ ਗੱਲ ਕਰ ਰਹੇ ਨੇ, ਪਾਤਸ਼ਾਹ ਜੀ ਕਹਿੰਦੇ ਅੰਨਾ ਮਨੁੱਖ ਨਿਰਾ ਸੁਣ ਕੇ ਕਿਵੇਂ ਰਾਹ ਲੱਭ ਲਵੇ। ਹੇ ਪ੍ਰਭੂ ਆਪ ਇਸ ਦਾ ਹੱਥ ਫੜ ਲਵੇ ਜੇ ਮਾਲਕ, ਤਾਂ ਕਿ ਅਖੀਰ ਤੱਕ ਪ੍ਰੀਤ ਨਿਭਾ ਸਕੇ। ਮੋਹ ਮਾਇਆ ਦੇ ਵਿੱਚ ਅੰਨਾ ਮਨੁੱਖ ਮਾਰਗ ਕਿਵੇਂ ਪਾਵੇਗਾ? ਮਾਰਗ ਤੇ ਚਲਾਉਣ ਵਾਸਤੇ, ਜਿਵੇਂ ਇੱਕ ਉਦਾਹਰਨ ਦੇਵਾਂ, ਜਦੋਂ ਘਰ ਵਿੱਚ ਛੋਟਾ ਬਾਲ ਪੈਦਾ ਹੁੰਦਾ ਨਾ, ਬੱਚਾ ਪੈਦਾ ਹੁੰਦਾ, ਉਹਨੂੰ ਹੌਲੀ ਹੌਲੀ ਤੁਰਨਾ ਸਿਖਾਇਆ ਜਾਂਦਾ, ਰੁੜਨਾ ਸਿਖਾਇਆ ਜਾਂਦਾ। ਹੌਲੀ ਹੌਲੀ ਇੱਕ ਦਿਨ ਉਹ ਆਪ ਵਧੀਆ ਤੁਰਨ ਲੱਗ ਜਾਂਦਾ। ਇਹ ਇੱਕ ਧਰਮ ਦਾ ਮਾਰਗ ਹੈ, ਸੱਚ ਦਾ ਮਾਰਗ ਹੈ। ਗੁਰੂ ਸਾਹਿਬ ਜੀ ਕਹਿੰਦੇ ਸੁਣ ਕੇ, ਸੁਣ ਅੰਧਾ ਕੈਸੇ ਮਾਰਗ ਪਾਵੇ, ਕਰ ਗਹਿ ਲਿਓ ਹੱਥ ਫੜ ਕੇ। ਹੇ ਮਾਲਕ ਹੱਥ ਫੜ ਕੇ ਤੂੰ ਚਲਾ, ਓੜ ਨਿਭਾਵੇ ਕਹਾਂ ਬੁਝਾਰਤ ਬੂਝੈ ਡੋਰਾ। ਸਤਿਗੁਰੂ ਜੀ ਕਹਿ ਰਹੇ ਨੇ ਇੱਥੇ ਜੀ ਪਾਵਨ ਪਵਿੱਤਰ ਬਾਣੀ ਅੰਦਰ, ਡੋਰਾ ਦਾ ਅਰਥ ਹੁੰਦਾ ਜੀ ਬੋਲਾ। ਜਿਹੜਾ ਬੰਦਾ ਬੋਲਾ ਹੈ ਉਹਦੇ ਅੱਗੇ ਬੁਝਾਰਤਾਂ ਪਾਉਣ ਦਾ ਕੀ ਫਾਇਦਾ? ਜਿਹੜਾ ਬੰਦਾ ਬੋਲਾ ਹੈ ਉਹਦੇ ਅੱਗੇ ਬੁਝਾਰਤਾਂ ਪਾਉਣ ਦਾ ਕੀ ਫਾਇਦਾ ਲੱਗਣਾ ਸਾਨੂੰ? ਕਿਉਂ ਸੁਣਦਾ ਤਾਂ ਹੈ ਨਹੀਂ ਉਹਨੂੰ ਵਿਚਾਰੇ ਨੂੰ। ਇੱਥੇ ਮਹਾਰਾਜ ਕਹਿੰਦੇ ਕਹਾਂ ਬੁਝਾਰਤ ਬੂਝੈ ਡੋਰਾ, ਨਿਸ ਕਹੀਏ ਤਾਂ ਸਮਝੈ ਭੋਰਾ। ਪਾਤਸ਼ਾਹ ਜੀ ਇਸ ਪੰਕਤੀ ਵਿੱਚ ਕਹਿ ਰਹੇ ਨੇ, ਪਾਤਸ਼ਾਹ ਜੀ ਕਹਿੰਦੇ ਸੈਨਤ ਨਾਲ ਜੇ ਆਖੀਏ ਇਹ ਰਾਤ ਹੈ ਤਾਂ ਉਹ ਸਮਝ ਲੈਂਦਾ, ਇਹ ਦਿਨ ਉਹ ਸਮਝ ਲੈਂਦਾ।
ਸੈਨਤਾ ਨਾਲ ਸਮਝ ਆਊਗਾ, ਪਰ ਜੇ ਉਹਦੇ ਅੱਗੇ ਉੱਚੀ ਉੱਚੀ ਪੁਕਾਰੀ ਜਾਵਾਂਗੇ, ਰੌਲਾ ਪਾਈ ਜਾਵਾਂਗੇ, ਉਹਨੂੰ ਕੀ ਸੁਣਨਾ ਵਿਚਾਰੇ, ਉਹ ਤਾਂ ਬੋਲਾ ਕੰਨਾਂ ਤੋਂ। ਸੈਨਤ ਨਾਲ ਸਮਝ ਸਕਦਾ। ਮਹਾਰਾਜ ਕਹਿੰਦੇ ਕਹਾਂ ਪਾਤਸ਼ਾਹ ਜੀ ਨਿਸਕਈਏ ਤੋਂ ਸਮਝੇ ਭੋਰਾ, ਕਹਾਂ ਬਿਸਨ ਪਦ ਗਾਵੇ ਗੁੰਗ, ਯਤਨ ਕਰੇ ਤੋਂ ਪੀ ਸੁਰ ਭੰਗ। ਸਤਿਗੁਰ ਮਹਾਰਾਜ ਇੱਥੇ ਜਿਹੜੀ ਵਿਚਾਰ ਦੇ ਰਹੇ ਨੇ ਜੀ, ਪਾਤਸ਼ਾਹ ਜੀ ਕਹਿ ਰਹੇ ਨੇ ਜਿਵੇਂ ਗੂੰਗਾ ਕਿਵੇਂ ਬਿਸ਼ਨ ਪਦ ਗਾ ਸਕੇ। ਜਿਹੜਾ ਬੰਦਾ ਗੂੰਗਾ ਉਹ ਵਿਚਾਰਾ ਕਿਵੇਂ ਗਾਵੇਗਾ। ਯਤਨ ਕਰੇ, ਯਤਨ ਤਾਂ ਕਰਦਾ, ਪਰ ਉਹ ਜਿਹੜਾ ਗੂੰਗਾ ਹੁੰਦਾ ਨਾ, ਬੋਲਣ ਦਾ ਯਤਨ ਆਪਣੇ ਆਪ ਦਾ ਉਹ ਸਹੀ ਬੋਲਦਾ, ਸ਼ਬਦ ਬੋਲਣ ਦਾ ਯਤਨ ਕਰਦਾ, ਪਰ ਬੋਲ ਨਹੀਂ ਸਕਦਾ, ਗੂੰਗਾ ਵਿਚਾਰਾ। ਸਤਿਗੁਰੂ ਜੀ ਕਹਿ ਰਹੇ ਨੇ ਕਹਾਂ ਬਿਸਨ ਪਦ ਗਾਵੇ ਗੁੰਗ, ਯਤਨ ਕਰੇ ਤੋਂ ਵੀ ਸੁਰ ਭੰਗ। ਯਤਨ ਤਾਂ ਕਰਦਾ ਪਰ ਗੱਲ ਨਹੀਂ ਬਣਦੀ। ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੂੰ ਉਸ ਗਵਨ। ਪਿੰਗਲਾ ਕਦੇ ਪਹਾੜ ਨਹੀਂ ਚੜ੍ਹ ਸਕਦਾ, ਯਤਨ ਕਰਦਾ ਪਰ ਨਹੀਂ ਚੜ੍ਹ ਸਕਦਾ। ਨਹੀਂ ਹੋ ਤੂੰ ਉਸ ਗਵਨ। ਅੱਗੇ ਮਹਾਰਾਜ ਕਹਿ ਰਹੇ ਨੇ, ਇਹ ਉਦਾਹਰਨਾਂ ਨੇ ਜੀ ਇੱਕ ਸਿੰਪਲ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਜੇ ਤੇਰੀ ਕਿਰਪਾ ਹੋ ਜਾਵੇ ਨਾ, ਜੇ ਤੇਰੀ ਰਹਿਮਤ ਹੋ ਜਾਵੇ, ਪਿੰਗਲਾ ਵੀ ਪਹਾੜ ਚੜ੍ਹ ਸਕਦਾ ਹੈ। ਹੁਣ ਇਹਨੂੰ ਕਿਤੇ ਕਿਸੇ ਸਾਖੀ ਨਾਲ, ਕਹਾਣੀ ਨਾਲ ਨਾ ਜੋੜ ਦਿਓ। ਗੁਰੂ ਸਾਹਿਬ ਜੀ ਪਤਾ ਕਿਹੜੇ ਪਿੰਗਲਿਆਂ ਦੀ ਗੱਲ ਕਰਦੇ ਨੇ? ਜਿਹੜਾ ਮਨ ਕਰਕੇ ਪਿੰਗਲਾ ਹੋ ਗਿਆ। ਬਾਣੀ ਦੇ ਅੰਦਰ ਜਦੋਂ ਅਸੀਂ ਪੜ੍ਹਦੇ ਹਾਂ ਨਾ, ਇਹ ਤਾਂ ਤੁਸੀਂ ਵੇਖੋਗੇ ਜੀ, ਹਜ਼ਾਰਾਂ ਅੱਜ ਪਿੰਗਲੇ ਲੋਕ ਵਿਚਾਰੇ, ਲੰਗੜੇ ਲੋਕ ਵਿਚਾਰੇ ਜਿਹੜੇ ਅਪਾਹਜ ਹੋ ਜਾਂਦੇ ਨੇ, ਅੱਜ ਵੀ ਨੇ। ਇੱਥੇ ਮਹਾਰਾਜ ਮਨ ਕਰਕੇ ਪਿੰਗਲੇ ਦੀ ਗੱਲ ਕਰ ਰਹੇ ਨੇ, ਇਹਨੂੰ ਕਿਸੇ ਕਹਾਣੀ ਨਾਲ ਨਾ ਜੋੜ ਲਿਓ ਜੀ, ਮੇਰੀ ਬੇਨਤੀ ਹੱਥ ਬਣ ਕੇ। ਇੱਥੇ ਅੱਗੇ ਮਹਾਰਾਜ ਕਹਿ ਰਹੇ ਨੇ, ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਜੇ ਤੇਰੀ ਕਿਰਪਾ ਹੋ ਜਾਵੇ ਨਾ, ਮਨ ਕਰਕੇ ਪਿੰਗਲਾ ਮਨੁੱਖ, ਮਨ ਕਰਕੇ ਗੂੰਗਾ ਮਨੁੱਖ, ਮਨ ਕਰਕੇ ਬੋਲਾ ਮਨੁੱਖ ਤਰ ਜਾਂਦਾ ਹੈ। ਅੱਗੇ ਸਤਿਗੁਰੂ ਜੀ ਕਹਿ ਰਹੇ ਨੇ ਅਗਲੇ ਬੰਦ ਅੰਦਰ, ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਵੈਰਾਈ ਤਾਸਿਉ ਪ੍ਰੀਤ। ਪ੍ਰਭੂ, ਜੋ ਪ੍ਰਭੂ ਇਸ ਮੂਰਖ ਦਾ ਸੰਗੀ ਸਾਥੀ ਹੈ, ਉਸ ਨੂੰ ਇਹ ਚੇਤੇ ਨਹੀਂ ਕਰਦਾ, ਪਰ ਜੋ ਬੈਰੀ ਹੈ ਉਸ ਨਾਲ ਪਿਆਰ ਕਰਦਾ ਹੈ। ਮਹਾਰਾਜ ਕਹਿੰਦੇ ਸੰਗ ਸਹਾਈ ਸੋ ਆਵੈ ਨਾ ਚੀਤ। ਜਿਹੜਾ ਰੱਬ ਹਮੇਸ਼ਾ ਨਾਲ ਹੈ ਉਹ ਚਿੱਤ ਵਿੱਚ ਨਹੀਂ ਹੁੰਦਾ। ਜੋ ਵੈਰਾਈ ਤਾਸਿਉ ਪ੍ਰੀਤ, ਜੋ ਵੈਰਾਈ ਹੈ, ਬੈਰੀ ਹੈ, ਉਹਦੇ ਨਾਲ ਪ੍ਰੀਤ ਪਾ ਕੇ ਬੈਠਾ, ਵਿਕਾਰਾਂ ਦੇ ਨਾਲ। ਬਲੂਆ ਕੇ ਗਰੇ ਭੀਤਰ ਵਸੈ, ਆਨੰਦ ਕੇਲ ਮਾਇਆ ਰੰਗ ਹਸੈ। ਪਾਤਸ਼ਾਹ ਜੀ ਕਹਿ ਰਹੇ ਨੇ ਰੇਤ ਦਾ ਘਰ ਹੈ ਜਿਹੜਾ, ਪਾਤਸ਼ਾਹ ਜੀ ਕਹਿ ਰਹੇ ਨੇ ਰੇਤ ਦੇ ਘਰ ਵਿੱਚ ਵੱਸਦਾ ਹੈ, ਭਾਵ ਰੇਤ ਦੇ ਕਿਣਿਆਂ ਵਾਂਗ ਇਸ ਦੀ ਜਿਹੜੀ ਉਮਰ ਆ ਨਾ, ਉਹ ਛਿਨ ਵਿੱਚ ਲੰਘ ਜਾਂਦੀ ਹੈ। ਰੇਤ ਦੀ ਕੰਧ ਦਾ ਕਿੰਨਾ ਕੁ ਚਿਰ ਪ੍ਰਵਾਸਾ ਹੁੰਦਾ ਜੀ, ਆਸਰਾ ਹੁੰਦਾ? ਥੋੜ੍ਹਾ ਚਿਰ ਹੀ ਹੁੰਦਾ ਨਾ। ਮੀਂਹ ਕਣੀ ਆ ਜਾਵੇ, ਰੇਤ ਦੀ ਕੰਧ ਖੁਰ ਜਾਂਦੀ ਹੈ। ਪੁਰਾਣਾ ਸਮਾਂ ਹੁੰਦਾ ਸੀ, ਕੰਧਾਂ ਵੀ ਰੇਤ ਦੀਆਂ, ਮਿੱਟੀ ਦੀਆਂ ਕੰਧਾਂ ਬਣਾਉਣੀਆਂ, ਮੀਂਹ ਕਣੀ ਨਾਲੋਂ ਫੇਰ ਢਲ ਜਾਂਦੀਆਂ ਸੀ। ਇੱਥੇ ਮਹਾਰਾਜ ਕੁਝ ਗੱਲਾਂ ਕਹਿ ਰਹੇ ਨੇ, ਇਹਨੂੰ ਧਿਆਨ ਨਾਲ ਸਮਝਿਓ ਜੀ। ਬਲੂਆ ਕੇ ਗਰੇ ਭੀਤਰ ਵਸੈ, ਆਨੰਦ ਕੇਲ ਮਾਇਆ ਰੰਗ ਰਸੈ। ਮਾਇਆ ਦੀ ਮਸਤੀ ਵਿੱਚ, ਆਨੰਦ ਵਿੱਚ ਮੌਜਾਂ ਮਾਣ ਰਿਹਾ ਹੈ ਮਾਇਆ ਦੇ ਅੰਦਰ, ਪਰ ਇਹ ਕਿੰਨੇ ਕੁ ਚਿਰ ਦੀ ਹੈ? ਜਿਵੇਂ ਬਾਲੂ ਦੀ ਭੀਤ, ਜਿਵੇਂ ਕੱਚੀ ਕੰਧ ਹੈ ਰੇਤ ਦੀ। ਅੱਗੇ ਮਹਾਰਾਜ ਕਹਿ ਰਹੇ ਨੇ, ਪਾਤਸ਼ਾਹ ਜੀ ਕਹਿ ਰਹੇ ਨੇ, ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਕਾਲ ਆਵੈ ਮੂੜੇ ਚੀਤ। ਜੇ ਦ੍ਰਿੜ ਕਰਕੇ, ਪੱਕਾ ਕਰਕੇ ਮੰਨ ਲਵੇ, ਪ੍ਰਤੀਤ ਪਾ ਲਵੇ, ਫਿਰ ਇਹਦੇ ਨੇੜੇ ਮੌਤ ਨਹੀਂ ਹੁੰਦੀ, ਕਾਲ ਨਹੀਂ ਹੁੰਦਾ। ਕਾਲ ਨਾ ਆਵੈ ਮੂੜੇ ਚੀਤ, ਚਿੱਤ ਦੇ ਅੰਦਰ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧਰੋ। ਸਤਿਗੁਰ ਮਹਾਰਾਜ ਕਹਿੰਦੇ ਅੰਦਰ ਦਾ ਬੈਰ, ਵਿਰੋਧ, ਕਾਮ ਕ੍ਰੋਧ ਮੋਹ, ਇਹ ਸਭ ਕੁਝ ਜਿਹੜੀਆਂ ਤੇਰੇ ਅੰਦਰ ਜਿਨ੍ਹਾਂ ਨੇ ਜਨਮ ਲੈ ਲਿਆ, ਵਿਕਾਰ ਨੇ ਜਿਹੜੇ, ਪਾਤਸ਼ਾਹ ਜੀ ਕਹਿੰਦੇ ਇਹਨਾਂ ਨਾਲ ਆਹੋਂ ਜੁਗਤ ਬਿਹਾਨੇ ਕਈ ਜਨਮ, ਇਹਨਾਂ ਵਿੱਚ ਲੱਗ ਕੇ ਕਿੰਨੇ ਜਨਮ ਤੇ ਬਤੀਤ ਕਰ ਦਿੱਤੇ। ਨਾਨਕ ਰਾਖ ਲਿਓ ਆਪਨ ਕਰ ਕਰਮ, ਆਪਣੀ ਬਖਸ਼ਿਸ਼ ਨਾਲ ਸਤਿਗੁਰੂ ਜੀ ਰੱਖ ਲੈ, ਆਪਣੀ ਮਿਹਰ ਨਾਲ ਬਚਾ ਲੈ ਇਹਨਾਂ ਕਰਮ ਕਾਂਡਾਂ ਤੋਂ। ਅੱਗੇ ਮਹਾਰਾਜ ਕਹਿ ਰਹੇ ਨੇ ਜੀ 8 ਨੰਬਰ ਬੰਦ ਅੰਦਰ, ਇਹ ਆਪਾਂ ਰੋਜ਼ਾਨਾ ਹੀ ਪੜ੍ਹਦੇ ਹਾਂ ਜੀ। ਤੂੰ ਠਾਕੁਰ ਤੁਮ ਪੈ ਅਰਦਾਸ। ਠਾਕੁਰ ਕੌਣ ਆ? ਸਾਡਾ ਇੱਕ ਪਰਮਾਤਮਾ ਰੱਬ ਜਿਹਨੂੰ ਕਹਿ ਦਿੰਦੇ ਆ।
ਗੁਰੂ ਗ੍ਰੰਥ ਸਾਹਿਬ ਮਹਾਰਾਜ। ਪਾਤਸ਼ਾਹ ਜੀ ਕਹਿ ਰਹੇ ਨੇ, ਹੇ ਪਾਤਸ਼ਾਹ ਜੀ, ਤੂੰ ਸਾਡਾ ਮਾਲਕ ਹੈ, ਸਾਡੀ ਜੀਵਾਂ ਦੀ ਅਰਜ਼ ਆ ਨਾ ਜਿਹੜੀ ਅਰਦਾਸ ਆ ਤੇਰੇ ਕੋਲ ਹੈ। ਪਾਤਸ਼ਾਹ ਜੀ ਕਹਿੰਦੇ, ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਆ ਜਿੰਦ ਦੇਣ ਵਾਲਾ, ਸਰੀਰ ਦੇਣ ਵਾਲਾ, ਰਾਸ ਬਖਸ਼ਿਸ਼ ਤੇਰੀ ਆਏ। ਅੱਗੇ ਸਤਿਗੁਰੂ ਜੀ ਕਹਿ ਰਹੇ ਨੇ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੂੰ ਸਾਡਾ ਮਾਂ ਤੇ ਪਿਓ, ਅਸੀਂ ਤੇਰੇ ਬੱਚੇ ਹਾਂ। ਤੁਮਰੀ ਕਿਰਪਾ ਮੈਂ ਸੂਖ ਹਨੇਰੇ, ਤੇਰੀ ਕਿਰਪਾ ਨਾਲ ਬਹੁਤ ਸੁੱਖ ਮਿਲ ਜਾਂਦੇ ਨੇ। ਕੋਈ ਨਾ ਜਾਣੈ ਤੁਮਰਾ ਅੰਤ, ਤੇਰਾ ਅੰਤ ਕੋਈ ਨਹੀਂ ਜਾਣ ਸਕਦਾ। ਉੱਚੇ ਤੇ ਉੱਚਾ ਭਗਵੰਤ, ਤੂੰ ਬਹੁਤ ਉੱਚਾ ਹੈ। ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਪਾਤਸ਼ਾਹ ਜੀ ਕਹਿੰਦੇ, ਜਿੰਨੇ ਵੀ ਇਹ ਸਾਰੇ ਪਦਾਰਥ ਨੇ ਤੇਰੇ ਹੁਕਮ ਦੇ ਵਿੱਚ ਰਹਿੰਦੇ ਨੇ। ਤੇਰੀ ਰਚੀ ਹੋਈ ਸ੍ਰਿਸ਼ਟੀ ਤੇਰੀ ਆਗਿਆ ਵਿੱਚ ਤੁਰ ਰਹੀ ਹੈ। ਅੱਗੇ ਸਤਿਗੁਰੂ ਜੀ ਕਹਿ ਰਹੇ ਨੇ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਨੀ। ਆਪਣੀ ਗਤ ਮਿਤ ਜਾਣਨ ਵਾਲਾ ਤੂੰ ਆਪ ਹੈ। ਨਾਨਕ ਦਾਸ ਸਦਾ ਕੁਰਬਾਨੀ, ਨਾਨਕ ਦਾਸ ਤੇਰੇ ਇਹਨਾਂ ਕੌਤਕਾਂ ਤੋਂ, ਇਹਨਾਂ ਕੁਦਰਤ ਤੋਂ ਬਲਿਹਾਰ ਜਾਂਦਾ ਸਦਕੇ ਜਾਂਦਾ। ਗੁਰੂ ਸਾਹਿਬ ਜੀ ਕਿਰਪਾ ਕਰਨ ਜੀ। ਇੱਕ ਲੜੀ ਦੇ ਤਹਿਤ ਜੋ ਆਪਾਂ ਬਾਣੀ ਦੀ ਵਿਚਾਰ ਕਰਦੇ ਹਾਂ, ਨਾਲ ਇਤਿਹਾਸ ਦੀ ਵਿਚਾਰ ਕਰਦੇ ਹਾਂ, ਇੱਥੇ 4 ਨੰਬਰ ਅਸ਼ਟਪਦੀ ਸੰਪੂਰਨ ਹੁੰਦੀ ਹੈ ਜੀ। ਕੱਲ੍ਹ ਦੇ ਦੀਵਾਨਾਂ ਅੰਦਰ ਆਪਾਂ ਜਿਹੜੀ ਵਿਚਾਰ ਕਰਨੀ ਹੈ ਉਹ 5 ਨੰਬਰ ਅਸ਼ਟਪਦੀ ਦੀ ਵਿਚਾਰ ਸ਼ੁਰੂ ਕਰਾਂਗੇ। ਆਪਾਂ ਲੜੀ ਦੇ ਅੰਦਰ ਇਹ ਸੁਖਮਨੀ ਸਾਹਿਬ ਦੀ ਬਾਣੀ ਦੀ ਵਿਚਾਰ ਕਰਦੇ ਆ ਰਹੇ। ਆਓ ਗੁਰਮੁਖੋ, ਜੋ ਲੜੀਵਾਰ ਵਿਚਾਰ ਚੱਲ ਰਹੀ ਹੈ ਜੀ, ਨਿੱਕੀਆਂ ਜਿੰਦਾਂ ਵੱਡਾ ਸਾਕਾ, ਆਪਾਂ ਇੱਕ ਲੜੀ ਦੇ ਤਹਿਤ ਵਿਚਾਰ ਕਰਦੇ ਆ ਰਹੇ ਹਾਂ। ਗੁਰੂ ਸਾਹਿਬ ਜੀ ਦੇ ਪਰਿਵਾਰ ਦਾ ਵਿਛੋੜਾ ਪੈਂਦਾ ਹੈ। ਸਰਸਾ ਦੀ ਉਸ ਕੰਢੇ ਤੇ ਇਹ ਪੋਹ ਦਾ ਮਹੀਨਾ, ਸਾਡੇ ਸਿੱਖ ਸਮਾਜ ਅੰਦਰ ਇਹਨੂੰ ਸ਼ਹੀਦੀ ਦਾ ਹਫ਼ਤਾ ਕਿਹਾ ਜਾਂਦਾ ਹੈ। ਫਤਿਹ